ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਟਲ ਹਾਜ਼ਰਾ ਹਜ਼ੂਰ ਜ਼ਾਹਰਾ ਜਹੂਰ ਚਬਰ ਤਖਤ ਦੇ ਮਾਲਿਕ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ ਬਹੁਤ ਸਾਰੇ ਵਿਦਵਾਨਾਂ ਨੇ ਆਪਣੀ ਰਾਏ ਪ੍ਰਗਟ ਕੀਤੀ ਹੈ, ਆਪਣੀਆਂ ਲਿਖਤਾਂ ਰਾਹੀਂ, ਆਪਣੀਆਂ ਬੋਲਾਂ ਰਾਹੀਂ। ਜਦੋਂ ਆਪਾਂ ਉਹਨਾਂ ਵਿਦਵਾਨਾਂ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਸੱਚਮੁੱਚ ਅਜਿਹਾ ਲੱਗਦਾ ਹੈ ਕਿ ਜੋ ਕੁਝ ਉਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਹਿ ਰਹੇ ਨੇ ਉਹ ਸਾਨੂੰ ਮਹਿਸੂਸ ਕਿਉਂ ਨਹੀਂ ਹੁੰਦਾ। ਕਿਉਂਕਿ ਅਸੀਂ ਬਾਣੀ ਨੂੰ ਕੇਵਲ ਪੜ੍ਹਨ ਲਈ ਹੀ ਸਮਝਿਆ ਹੈ। ਪੜ੍ਹ ਰਹੇ ਹਾਂ, ਬਹੁਤ ਪੜ੍ਹ ਰਹੇ ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਜਦੋਂ ਬਾਣੀ ਦੇ ਵਿਚਾਰ ਕਰਾਂਗੇ, ਬਾਣੀ ਨਾਲ ਸਾਂਝ ਪਾਵਾਂਗੇ, ਤਾਂ ਸਾਨੂੰ ਵੀ ਅਜਿਹਾ ਮਹਿਸੂਸ ਹੋਏਗਾ ਜਿਹੜਾ ਉਹਨਾਂ ਵਿਦਵਾਨਾਂ ਨੂੰ ਮਹਿਸੂਸ ਹੋਇਆ। ਸਾਡੇ ਕੌਮ ਦੇ ਬਹੁਤ ਵੱਡੇ ਮਹਾਨ ਵਿਦਵਾਨ ਹੋਏ ਨੇ ਪ੍ਰੋਫੈਸਰ ਪੂਰਨ ਸਿੰਘ ਜੀ। ਉਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇੱਕ ਕਵਿਤਾ ਵਿੱਚ ਲਿਖਦੇ ਨੇ ਕਿ ਅਸੀਂ ਸਾਰਾ ਸੰਸਾਰ ਸੱਚ ਦੀ ਖੋਜ ਲਈ ਢੂੰਡਿਆ, ਸਾਰੇ ਸੰਸਾਰ ਵਿੱਚ ਲੱਭਿਆ, ਇੱਧਰੋਂ ਉੱਧਰੋਂ ਚੰਗੀ ਤੋਂ ਚੰਗੀ ਪਵਿੱਤਰ ਤੇ ਸੋਹਣੀ ਵਸਤੂ ਚੁਣ ਕੇ ਲੈ ਆਂਦੀ। ਪੁਰਾਣੇ ਪੱਥਰ ਲੱਭ ਲਏ ਜਿਨ੍ਹਾਂ ਦੇ ਉੱਤੇ ਉਕਰੇ ਹੋਏ ਬਚਨ ਸਾਨੂੰ ਨਜ਼ਰ ਆਏ। ਭੋਜ ਪੱਤਰਾਂ ਉੱਤੇ ਲਿਖੇ ਉੱਤਮ ਵਾਕ ਬੜੇ ਬੜੇ ਖੋਜੀਆਂ ਤੋਂ ਇਕੱਤਰ ਕੀਤੇ। ਉਸ ਦੇ ਭਾਵ ਨਾਲ ਪੁਰਾਣੇ ਰਿਸ਼ੀਆਂ ਮੁਨੀਆਂ ਅਵਤਾਰਾਂ ਪੈਗੰਬਰਾਂ ਨੇ ਜੋ ਅਨੁਭਵ ਤੇ ਗਿਆਨ ਦੇ ਮੋਤੀ ਬਖਸ਼ੇ, ਉਹ ਸਭ ਕੁਝ ਪ੍ਰਾਪਤ ਕਰਕੇ ਅਸੀਂ ਜਦੋਂ ਵਾਪਸ ਮੁੜੇ ਤਾਂ ਪਤਾ ਲੱਗਾ ਕਿ ਉਹ ਸਾਰਾ ਮੁਲਕ ਭੰਡਾਰਾ, ਸੁੱਚੇ ਹੀਰੇ ਰਤਨਾਂ ਦੇ ਜਵਾਹਰਾਤਾਂ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅੰਦਰ ਭਰਿਆ ਪਿਆ ਹੈ, ਜਿਸ ਦਾ ਪਾਠ ਅਸੀਂ ਆਪਣੇ ਮਾਤਾ ਜੀ ਤੋਂ ਸੁਣਿਆ ਕਰਦੇ ਸੀ। ਇਹ ਤਾਂ ਪ੍ਰੋਫੈਸਰ ਪੂਰਨ ਸਿੰਘ ਜੀ ਕਹਿ ਰਹੇ ਨੇ ਜੋ ਸਿੱਖ ਧਰਮ ਨਾਲ ਸੰਬੰਧਿਤ ਨੇ। ਜਦੋਂ ਆਪਾਂ ਗੈਰ ਸਿੱਖ ਵਿਦਵਾਨਾਂ ਨੂੰ ਪੜ੍ਹਦੇ ਹਾਂ, ਇਹ ਥੋੜ੍ਹੇ ਦਿਨਾਂ ਬਾਅਦ ਟੀਚਰਸ ਡੇ ਆਏਗਾ 5 ਸਤੰਬਰ ਨੂੰ। ਉਹ ਟੀਚਰਸ ਡੇ ਕਿਉਂ ਮਨਾਇਆ ਜਾਂਦਾ ਹੈ? ਕਿਉਂਕਿ ਉਸ ਦਿਨ ਸਾਡੇ ਦੂਸਰੇ ਰਾਸ਼ਟਰਪਤੀ ਡਾਕਟਰ ਐਸ ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਹੁੰਦਾ ਹੈ, ਜੋ ਕਿ ਇੱਕ ਟੀਚਰ ਵੀ ਸਨ। ਟੀਚਰ ਹੁੰਦਿਆਂ ਹੋਇਆਂ ਰਾਸ਼ਟਰਪਤੀ ਦੀ ਪਦਵੀ ਤੇ ਪਹੁੰਚੇ। ਤੇ ਇਸ ਦੇ ਨਾਲ ਨਾਲ ਉਹ ਇੱਕ ਬਹੁਤ ਵੱਡੇ ਵਿਦਵਾਨ ਸਨ। ਬੜੀਆਂ ਕਿਤਾਬਾਂ ਲਿਖੀਆਂ ਉਹਨਾਂ ਨੇ। ਇੱਕ ਉਹਨਾਂ ਦੀ ਕਿਤਾਬ ਹੈ ਸੀਕ੍ਰੇਟ ਰਾਈਟਿੰਗਸ ਆਫ ਸਿੱਖਸ, ਸਿੱਖਾਂ ਦੀਆਂ ਪਵਿੱਤਰ ਲਿਖਤਾਂ। ਆਪਣੀ ਉਸ ਕਿਤਾਬ ਦੇ ਵਿੱਚ ਡਾਕਟਰ ਰਾਧਾ ਕ੍ਰਿਸ਼ਨ ਜੀ ਲਿਖਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਟੱਲ ਸਚਾਈਆਂ ਅਤੇ ਅਟੁੱਟ ਭਗਤੀ ਦੇ ਸਾਹਮਣੇ ਸਮੁੰਦਰਾਂ ਪਹਾੜਾਂ ਦੇ ਸਾਰੇ ਹੱਦ ਬੰਨੇ ਜੋ ਇੱਕ ਦੇਸ਼ ਨੂੰ ਦੂਸਰੇ ਦੇਸ਼ ਤੋਂ ਅਲੱਗ ਕਰਦੇ ਨੇ, ਸਾਰੇ ਹਟ ਜਾਣਗੇ। ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਿੱਖਿਆ ਹੈ ਉਹ ਕਿਸੇ ਹੱਦ ਬੰਨੇ ਦੇ ਵਿੱਚ ਨਹੀਂ ਹੈ, ਕਿਸੇ ਬਾਉਂਡਰੀ ਵਿੱਚ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਸਾਰਿਆਂ ਲਈ ਇੱਕੋ ਜਿਹੀ ਹੈ। ਆਪਾਂ ਬਾਣੀ ਵਿੱਚ ਪੜ੍ਹਦੇ ਵੀ ਆ ਨਾ, ਮੈਂ ਹੁਣੇ ਕਹਿ ਰਿਹਾ ਆਪਾਂ ਪੜ੍ਹਦੇ ਜ਼ਰੂਰ ਹਾਂ, ਪਰ ਸ਼ਾਇਦ ਕਿਤੇ ਵਿਚਾਰ ਨਾ ਹੋਣ ਕਰਕੇ ਸਾਨੂੰ ਅਜਿਹੀਆਂ ਗੱਲਾਂ ਦਾ ਪਤਾ ਨਹੀਂ ਲੱਗਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਾਰਿਆਂ ਲਈ ਹੈ। ਗੁਰੂ ਅਮਰਦਾਸ ਮਹਾਰਾਜ ਦਾ ਫਰਮਾਨ ਹੈ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਇਸ ਸਾਰੇ ਜਗਤ ਲਈ ਚਾਨਣ ਮੁਨਾਰਾ ਹੈ। ਸੱਚਮੁੱਚ ਇਸ ਜਗਤ ਲਈ, ਔਰ ਇਸ ਜਗਤ ਦੇ ਵਿੱਚ ਕੇਵਲ ਅਸੀਂ ਨਹੀਂ ਆਉਂਦੇ, ਕੇਵਲ ਸਾਡਾ ਇੱਕ ਦੇਸ਼ ਨਹੀਂ ਆਉਂਦਾ, ਸਾਰੇ ਦੇਸ਼, ਸਾਰੀ ਦੁਨੀਆ ਇੱਥੇ ਆ ਗਈ, ਸਾਰੀ ਦੁਨੀਆ ਦੇ ਰਹਿਣ ਵਾਲੇ। ਔਰ ਸੱਚਮੁੱਚ ਕੇਵਲ ਆਪਾਂ ਇਹ ਤਾਂ ਡਾਕਟਰ ਰਾਧਾ ਕ੍ਰਿਸ਼ਨ ਜੋ ਸਾਡੇ ਦੇਸ਼ ਦੇ ਰਾਸ਼ਟਰਪਤੀ ਰਹਿ ਚੁੱਕੇ ਨੇ ਉਹਨਾਂ ਦੀ ਗੱਲ ਕੀਤੀ ਹੈ। ਜਦੋਂ ਅਸੀਂ ਆਪਣੇ ਦੇਸ਼ ਤੋਂ ਬਾਹਰ ਦੀਆਂ ਗੱਲਾਂ ਕਰਦੇ ਹਾਂ, ਪ੍ਰੋਫੈਸਰ ਆਰਨਲਡ ਟਾਈਨਬੀ ਜੋ ਇੰਗਲੈਂਡ ਦਾ ਬੜਾ ਵੱਡਾ ਵਿਦਵਾਨ ਹੈ, ਇਤਿਹਾਸਕਾਰ ਹੈ, ਉਸਨੇ ਸਾਰੀ ਦੁਨੀਆ ਦੇ ਸਾਰੇ ਧਰਮਾਂ ਦੇ ਇਤਿਹਾਸ ਲਿਖੇ ਨੇ। ਤੇ ਡਾਕਟਰ ਅਰਨਲਡ ਟਾਈਨਬੀ ਜਦੋਂ ਗੁਰੂ ਗ੍ਰੰਥ ਸਾਹਿਬ ਬਾਰੇ ਲਿਖਦੇ ਨੇ ਤੇ ਡਾਕਟਰ ਟਾਈਨਬੀ ਕਹਿੰਦੇ ਨੇ ਕਿ ਇਨਸਾਨੀ ਧਰਮ ਦਾ ਭਵਿੱਖ ਹਨੇਰੇ ਵਿੱਚ ਹੈ, ਪਰ ਮੌਜੂਦਾ ਸਮੇਂ ਦੇ ਵੱਡੇ ਧਰਮ ਇੱਕ ਦੂਸਰੇ ਉੱਪਰ ਅਸਰ ਪਾਉਣਗੇ। ਤੇ ਇਸ ਆਪਸੀ ਵਿਚਾਰ ਤੇ ਗੱਲਬਾਤ ਦੇ ਮੌਕੇ ਤੇ ਸਿੱਖ ਧਰਮ ਤੇ ਸਿੱਖ ਧਰਮ ਦਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੁਨੀਆ ਨੂੰ ਇੱਕ ਵੱਡਮੁੱਲੀ ਚੀਜ਼ ਭੇਟਾ ਕਰੇਗਾ, ਕਿਉਂਕਿ ਇਸ ਦਾ ਖਜ਼ਾਨਾ ਆਤਮਿਕ ਸ਼ਾਂਤੀ ਦਾ ਅਮੁੱਕ ਸੋਮਾ ਹੈ। ਭਾਵ ਇਸ ਦੇ ਵਿੱਚ ਆਤਮਿਕ ਸ਼ਾਂਤੀ ਇਹ ਪੜੀ ਜਿਹਦੇ ਕਦੇ ਮੁੱਕ ਨਹੀਂ ਸਕਦੀ। ਜਿਸ ਸ਼ਾਂਤੀ ਦੀ ਅੱਜ ਦੁਨੀਆ ਨੂੰ ਲੋੜ ਹੈ, ਜਿਸ ਸ਼ਾਂਤੀ ਅੱਜ ਦੁਨੀਆ ਅੱਜ ਸ਼ਾਂਤੀ ਦੇ ਪਿੱਛੇ ਭੱਜਦੀ ਪਈ ਹੈ, ਉਸ ਆਤਮਿਕ ਸ਼ਾਂਤੀ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਇਹ ਡਾਕਟਰ ਟਾਈਨਬੀ ਕਹਿ ਰਹੇ ਨੇ, ਜਿਨ੍ਹਾਂ ਦਾ ਸਿੱਖ ਧਰਮ ਨਾਲ, ਹਿੰਦੁਸਤਾਨ ਨਾਲ ਕੋਈ ਵਾਸਤਾ ਨਹੀਂ ਹੈ। ਸਾਡੇ ਹਿੰਦੂ ਧਰਮ ਦੇ ਬੜੇ ਮਹਾਨ ਵਿਦਵਾਨ, ਸਨਾਤਨ ਮਤ ਦੇ ਮਹਾਨ ਵਿਦਵਾਨ ਮੰਨੇ ਗਏ ਸਵਾਮੀ ਰਾਮ ਤੀਰਥ ਜੀ,
ਜਿਨ੍ਹਾਂ ਨੂੰ ਰਾਮ ਤੀਰਥ ਦੰਡੀ ਸੁਆਮੀ ਕਹਿ ਕੇ ਯਾਦ ਕੀਤਾ ਜਾਂਦਾ ਹੈ। ਉਹਨਾਂ ਨੇ ਵੀ ਬੜੀਆਂ ਕਿਤਾਬਾਂ ਲਿਖੀਆਂ ਨੇ ਸਨਾਤਨ ਧਰਮ ਬਾਰੇ, ਪਰ ਆਪਣੀ ਜ਼ਿੰਦਗੀ ਦੇ ਅਖੀਰ ਵਿੱਚ ਜਦੋਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ, ਜਿਸ ਕਿਤਾਬ ਦਾ ਨਾਮ ਹੈ ਦੁਨੀਆ ਦਾ ਸਰਵੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ। ਉਹ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਸਭ ਤੋਂ ਸਰਵੋਤਮ ਗ੍ਰੰਥ ਹੈ। ਸਨ 2004 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਦੀ ਬੜੀ ਵੱਡੀ ਸ਼ਤਾਬਦੀ ਮਨਾਈ ਜਾ ਰਹੀ ਸੀ, ਬੜੇ ਵੱਡੇ ਪੱਧਰ ਤੇ ਸਮਾਗਮ ਕੀਤੇ ਜਾ ਰਹੇ ਸਨ। ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ, ਉੱਥੇ ਬੜੇ ਵੱਡੇ ਸਮਾਗਮ ਹੋਏ। ਉਸ ਮੌਕੇ ਤੇ ਦਿੱਲੀ ਦੇ ਨਿਜ਼ਾਮੁਦੀਨ, ਜੋ ਇਸਲਾਮ ਦਾ ਬੜਾ ਵੱਡਾ ਕੇਂਦਰ ਹੈ, ਉੱਥੋਂ ਦੇ ਮੁਖੀ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਤ ਦਾ ਧਰਮ ਗ੍ਰੰਥ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਸਾਰੇ ਜਗਤ ਦਾ ਧਰਮ ਗ੍ਰੰਥ ਹੈ। ਇਹ ਬੜੇ ਮਾਣ ਵਾਲੀ ਗੱਲ ਹੈ ਸਾਡੇ ਲਈ। ਇਹ ਗੱਲ ਸਾਨੂੰ ਬੜਾ ਪ੍ਰਾਊਡ ਫੀਲ ਕਰਵਾਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਦੁਨੀਆ ਦੇ ਤੇ ਸਾਡੇ ਧਰਮਾਂ ਦੇ ਵਿਦਵਾਨ ਕੀ ਕਹਿ ਰਹੇ ਨੇ। ਪਰ ਜਦੋਂ ਅਸੀਂ ਬੈਟਰਡ ਰਸਲ ਨੂੰ ਸੁਣਦੇ ਹਾਂ, ਬੈਟਰਡ ਰਸਲ ਆਪਣੀ ਇੱਕ ਇੰਟਰਵਿਊ ਦੇ ਵਿੱਚ ਕਹਿ ਰਹੇ ਸਨ ਕਿ ਦੁਨੀਆ ਦੇ ਵਿੱਚ ਪਤਾ ਨਹੀਂ ਕਿਸ ਵੇਲੇ 3rd ਵਰਲਡ ਵਾਰ ਲੱਗ ਜਾਏ, ਤੀਸਰਾ ਵਿਸ਼ਵ ਯੁੱਧ ਲੱਗ ਜਾਏ, ਤੇ ਇਸ ਯੁੱਧ ਤੋਂ ਬਾਅਦ ਜਿੰਨੇ ਵੀ ਲੋਕ ਬਚਣਗੇ ਉਹਨਾਂ ਸਾਰੇ ਲੋਕਾਂ ਨੂੰ ਅਗਰ ਕੋਈ ਅਗਵਾਈ ਦੇਗਾ ਤਾਂ ਗੁਰੂ ਗ੍ਰੰਥ ਸਾਹਿਬ ਦੇਗਾ। ਤੇ ਉਸ ਨੂੰ ਕਿਸੇ ਨੇ ਪੁੱਛਿਆ ਵੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਕਿਉਂ ਨਹੀਂ ਦੇ ਸਕਦੇ? ਕਹਿੰਦਾ ਹੁਣ ਵੀ ਦੇ ਸਕਦੇ ਨੇ, ਪਰ ਇਸ ਗੁਰੂ ਗ੍ਰੰਥ ਸਾਹਿਬ ਦੇ ਕਸਟੋਡੀਅਨ ਰਖਵਾਉਣ ਵਾਲੇ ਸਿੱਖ ਨਾ ਤਾਂ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਰਹੇ ਨੇ, ਪੜ੍ਹ ਰਹੇ ਨੇ ਤਰੀਕੇ ਨਾਲ, ਤੇ ਨਾ ਹੀ ਦੁਨੀਆ ਨੂੰ ਇਸ ਦੇ ਬਾਰੇ ਕੁਝ ਦੱਸ ਰਹੇ ਨੇ। ਇਹ ਸੱਚ ਸਾਡੀ ਕਮਜ਼ੋਰੀ ਹੈ। ਅਸੀਂ ਕੇਵਲ ਪੜ੍ਹ ਰਹੇ ਹਾਂ, ਮੈਂ ਫਿਰ ਬਾਰ-ਬਾਰ ਇਹ ਗੱਲ ਕਹਿ ਰਿਹਾ, ਅਸੀਂ ਵਿਚਾਰ ਨਹੀਂ ਰਹੇ, ਗੁਰੂ ਦੀ ਬਾਣੀ ਨੂੰ ਸਮਝ ਨਹੀਂ ਰਹੇ, ਵਿਚਾਰ ਨਹੀਂ ਰਹੇ। ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਸਮਝਿਆ, ਸੁਣਿਆ, ਵਿਚਾਰਿਆ, ਉਹਨਾਂ ਨੇ ਗੁਰੂ ਸਾਹਿਬ ਦੀ ਬਾਣੀ ਬਾਰੇ ਇਹ ਸਭ ਕੁਝ ਲਿਖ ਦਿੱਤਾ ਹੈ। ਮੈਂ ਗੱਲ ਕਰਾਂ ਡਾਕਟਰ ਰਵਿੰਦਰਨਾਥ ਟੈਗੋਰ ਦੀ, ਬੜੇ ਮਹਾਨ ਵਿਦਵਾਨ ਹੋਏ ਨੇ ਸਾਡੇ ਦੇਸ਼ ਦੇ। ਬੰਗਾਲ ਦੇ ਵਿੱਚ ਉਹਨਾਂ ਨੂੰ ਲੋਕ ਗੁਰੂ ਜੀ ਕਹਿ ਕੇ ਯਾਦ ਕਰਦੇ ਨੇ। ਉਹ ਗੁਰਬਾਣੀ ਨਾਲ ਬੜਾ ਪਿਆਰ ਕਰਦੇ ਸਨ, ਗੁਰਬਾਣੀ ਦੇ ਬੜੇ ਪ੍ਰੇਮੀ ਸਨ। ਵਿਸ਼ੇਸ਼ ਤੌਰ ਤੇ ਜ਼ਿਕਰ ਮਿਲਦਾ ਕਿ ਦਰਬਾਰ ਸਾਹਿਬ ਗੁਰਬਾਣੀ ਸੁਣਨ ਵਾਸਤੇ ਆਉਂਦੇ ਹੁੰਦੇ ਸਨ। ਡਾਕਟਰ ਰਵਿੰਦਰਨਾਥ ਟੈਗੋਰ ਨੇ ਸਾਡੇ ਦੇਸ਼ ਦਾ ਨੈਸ਼ਨਲ ਐਂਥਮ, ਜਿਹਨੂੰ ਆਪਾਂ ਰਾਸ਼ਟਰੀ ਗੀਤ ਕਹਿੰਦੇ ਹਾਂ, ਉਹ ਵੀ ਲਿਖਿਆ ਹੈ, ਜਨ ਗਣ ਮਨ, ਜੋ ਆਪਾਂ ਸਰਕਾਰੀ ਸਮਾਗਮਾਂ ਦੇ ਵਿੱਚ ਸੁਣਦੇ ਹਾਂ। ਡਾਕਟਰ ਰਵਿੰਦਰਨਾਥ ਟੈਗੋਰ ਨੂੰ ਇੱਕ ਵਾਰ ਇੱਕ ਲੜਕੀ ਨੇ ਇੰਟਰਵਿਊ ਦੇ ਵਿੱਚ ਪੁੱਛਿਆ ਕਿ ਤੁਸੀਂ ਸਾਰੇ ਹਿੰਦੁਸਤਾਨ ਨੂੰ ਇਸ ਆਪਣੇ ਰਾਸ਼ਟਰੀ ਗੀਤ ਦੇ ਰਾਹੀਂ ਇੱਕ ਲੜੀ ਵਿੱਚ ਪਰੋ ਦਿੱਤਾ ਹੈ। ਆਪਾਂ ਪੜ੍ਹਦੇ ਹਾਂ ਨਾ, ਪੰਜਾਬ, ਸਿੰਧ, ਗੁਜਰਾਤ, ਮਰਾਠਾ, ਸਿੰਧ, ਜੋ ਇਸ ਵਕਤ ਪਾਕਿਸਤਾਨ ਦੇ ਵਿੱਚ ਹੈ, ਕਿਉਂਕਿ ਇਹ ਗੀਤ ਹਿੰਦੁਸਤਾਨ ਔਰ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਲਿਖਿਆ ਹੋਇਆ ਹੈ। ਸਾਰੇ ਇਹਨੂੰ ਹਿੰਦੁਸਤਾਨ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਰੱਖ ਦਿੱਤਾ ਡਾਕਟਰ ਰਵਿੰਦਰਨਾਥ ਟੈਗੋਰ ਨੇ, ਤੇ ਉਸ ਗੀਤ ਨੂੰ ਰਾਸ਼ਟਰੀ ਗੀਤ ਮੰਨ ਲਿਆ ਗਿਆ। ਡਾਕਟਰ ਰਵਿੰਦਰਨਾਥ ਟੈਗੋਰ ਨੂੰ ਜਦੋਂ ਉਸ ਲੜਕੀ ਪੁੱਛਦੀ ਹੈ ਕਿ ਜੇ ਤੁਹਾਨੂੰ ਕਿਤੇ ਮੌਕਾ ਮਿਲੇ ਤੁਸੀਂ ਕੋਈ ਐਸਾ ਗੀਤ ਲਿਖੋਗੇ ਜਿਹੜਾ ਅੰਤਰਰਾਸ਼ਟਰੀ ਗੀਤ ਬਣ ਜਾਏ, ਜਿਹੜਾ ਇੰਟਰਨੈਸ਼ਨਲ ਐਂਥਮ ਬਣ ਜਾਏ, ਤਾਂ ਡਾਕਟਰ ਰਵਿੰਦਰਨਾਥ ਟੈਗੋਰ ਕਹਿੰਦੇ ਕਿ ਉਹ ਗੀਤ ਤਾਂ ਲਿਖਿਆ ਜਾ ਚੁੱਕਾ ਹੈ। ਉਹ ਲੜਕੀ ਬੜੀ ਹੈਰਾਨ ਹੋਈ, ਉਹ ਕਹਿੰਦੀ ਉਹ ਗੀਤ ਕਿਹੜਾ ਹੈ ਤੇ ਕਿਸ ਨੇ ਲਿਖਿਆ? ਤੇ ਡਾਕਟਰ ਰਵਿੰਦਰਨਾਥ ਟੈਗੋਰ ਕਹਿੰਦੇ ਕਿ ਉਹ ਗੀਤ ਲਿਖਿਆ ਨਾਨਕ ਨੇ, ਗੁਰੂ ਨਾਨਕ ਸਾਹਿਬ ਦਾ ਨਾਮ ਲੈ ਰਹੇ। ਹੁਣ ਉਹ ਗੀਤ ਕਹਿੰਦੇ ਨੇ, ਉਹਨਾਂ ਨੂੰ ਕਹਿਣ ਦਿਓ ਭਗਤ ਕਬੀਰ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ ਨਾ, ਲੋਕ ਕਹੇ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਸਾਡੇ ਲਈ ਉਹ ਬ੍ਰਹਮ ਦੀ ਵਿਚਾਰ ਹੈ। ਤੇ ਉੱਥੇ ਡਾਕਟਰ ਰਵਿੰਦਰਨਾਥ ਟੈਗੋਰ ਉਸ ਸ਼ਬਦ ਦਾ ਗਾਇਨ ਕਰਦਾ ਹੈ, ਉਸ ਸ਼ਬਦ ਬਾਰੇ ਜਾਣਕਾਰੀ ਦਿੰਦਾ ਉਸ ਲੜਕੀ ਨੂੰ, ਜਿਹੜਾ ਸ਼ਬਦ ਆਪਾਂ ਰੋਜ਼ਾਨਾ ਰਾਤੀ ਸੋਹਲਾ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੈ, ਤਾਰਕਾ ਮੰਡਲ ਜਨਕ ਮੋਤੀ, ਤੋਪ ਮਾਲੇ ਆਨਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਇਹ ਸ਼ਬਦ ਪੜ੍ਹਦਾ ਡਾਕਟਰ ਰਵਿੰਦਰਨਾਥ ਟੈਗੋਰ ਉੱਥੇ, ਤੇ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਦੇ ਰਾਹੀਂ ਸਾਰੇ ਸੰਸਾਰ ਨੂੰ ਇੱਕ ਲੜੀ ਵਿੱਚ ਪਰੋ ਲਿਆ। ਗੁਰੂ ਨਾਨਕ ਸਾਹਿਬ ਇਸ ਸ਼ਬਦ ਦੇ ਰਾਹੀਂ ਆਕਾਸ਼ ਸਾਰੇ ਨੂੰ ਇੱਕ ਥਾਲ ਕਹਿ ਕੇ ਸੰਬੋਧਨ ਕਰ ਰਹੇ ਨੇ। ਇਸ ਸ਼ਬਦ ਰਾਹੀਂ ਗੁਰੂ ਨਾਨਕ ਸਾਹਿਬ ਸੱਚੀ ਆਰਤੀ ਦਾ ਉਪਦੇਸ਼ ਵੀ ਦਿੰਦੇ ਨੇ। ਉਹ ਸਾਰੇ ਥਾਲ ਨੂੰ ਇੱਕ ਆਕਾਸ਼ ਬਣਾ ਕੇ ਪੇਸ਼ ਕਰ ਰਹੇ ਨੇ, ਸੂਰਜ ਤੇ ਚੰਦਰਮਾ ਨੂੰ ਦੋ ਦੀਵੇ ਬਣਾ ਕੇ ਪੇਸ਼ ਕਰ ਰਹੇ ਨੇ। ਤੇ ਡਾਕਟਰ ਰਵਿੰਦਰਨਾਥ ਟੈਗੋਰ ਇਸ ਸ਼ਬਦ ਨੂੰ ਇੰਟਰਨੈਸ਼ਨਲ ਐਂਥਮ ਕਹਿ ਕੇ ਸੰਬੋਧਨ ਕਰਦਾ। ਅਸੀਂ ਰੋਜ਼ਾਨਾ ਬਾਣੀ ਪੜ੍ਹਦੇ ਹਾਂ, ਅਸੀਂ ਰੋਜ਼ਾਨਾ ਬਾਣੀ ਸੁਣਦੇ ਵੀ ਹਾਂ, ਪਰ ਅਸੀਂ ਜਦੋਂ ਵਿਚਾਰ ਤੋਂ ਦੂਰ ਹੋ ਜਾਂਦੇ ਹਾਂ ਜਾਂ ਵਿਚਾਰ ਦੇ ਨਾਲ ਨਹੀਂ ਜੁੜਦੇ ਤਾਂ ਸਾਨੂੰ ਨਹੀਂ ਪਤਾ ਲੱਗਦਾ ਕਿ ਗੁਰੂ ਸਾਹਿਬ ਸਾਨੂੰ ਬਾਣੀ ਰਾਹੀਂ ਕੀ ਉਪਦੇਸ਼ ਦੇਣਾ ਚਾਹ ਰਹੇ ਨੇ। ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ, ਬਾਣੀ ਨੂੰ ਸਮਝਿਆ, ਬਾਣੀ ਨੂੰ ਵਿਚਾਰਿਆ, ਚਾਹੇ ਉਹ ਸਿੱਖ ਨੇ,
ਚਾਹੇ ਉਹ ਗੈਰ ਸਿੱਖ ਨੇ, ਚਾਹੇ ਉਹ ਹਿੰਦੁਸਤਾਨੀ ਨੇ, ਚਾਹੇ ਦੂਰ ਦੇ ਰਹਿਣ ਵਾਲੇ ਨੇ, ਯੂਰਪ ਦੇ ਰਹਿਣ ਵਾਲੇ ਨੇ, ਕਿਤੇ ਦੇ ਰਹਿਣ ਵਾਲੇ ਨੇ, ਉਹਨਾਂ ਨੇ ਇਸ ਬਾਣੀ ਵਿੱਚੋਂ ਬਹੁਤ ਕੁਝ ਪ੍ਰਾਪਤ ਕੀਤਾ ਤੇ ਦੁਨੀਆ ਨੂੰ ਵੀ ਦੱਸਿਆ। ਆਓ ਆਪਾਂ ਵੀ ਗੁਰਬਾਣੀ ਨੂੰ ਸਮਝ ਕੇ ਵਿਚਾਰ ਕੇ ਉਸ ਨਾਲ ਸਾਂਝ ਪਾਈਏ, ਬਾਣੀ ਨੂੰ ਪੜ੍ਹੀਏ, ਵਿਚਾਰੀਏ। ਜਦੋਂ ਬਾਣੀ ਨੂੰ ਪੜ੍ਹਾਂਗੇ, ਵਿਚਾਰਾਂਗੇ ਤਾਂ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਬਾਣੀ ਨਾਲ ਜੁੜ ਕੇ ਅਸੀਂ ਅਕਾਲ ਪੁਰਖ ਨੂੰ ਮਿਲ ਪਾ ਸਕਦੇ ਹਾਂ, ਸਾਡੇ ਜੀਵਨ ਦਾ ਮਕਸਦ ਸਾਡਾ ਸਫਲ ਹੋ ਸਕਦਾ ਹੈ। ਤਾਂ ਅਸੀਂ ਆਪਣੇ ਉਸ ਜੀਵਨ ਨੂੰ, ਕਿਉਂਕਿ ਗੁਰਬਾਣੀ ਹੈ ਹੀ ਸਾਡੇ ਲਈ ਜੀਵਨ ਜਾਂਚ ਦਾ ਖਜ਼ਾਨਾ ਹੈ, ਤੇ ਇਸ ਦੇ ਵਿੱਚੋਂ ਅਸੀਂ ਆਪਣੀ ਜੀਵਨ ਜਾਂਚ ਨੂੰ ਲੱਭੀਏ, ਆਪਣੀ ਜੀਵਨ ਜਾਂਚ ਨੂੰ ਲੱਭ ਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਚਲਾਈਏ, ਤਾਂ ਅਸੀਂ ਵੀ ਆਪਣੇ ਉਹਨਾਂ ਵਿਦਵਾਨਾਂ ਵਾਂਗੂ ਅਸੀਂ ਵੀ ਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਇਹੀ ਸਾਨੂੰ ਅੱਜ ਦੇ ਇਸ ਵਿਚਾਰ ਵਿੱਚੋਂ ਸਮਝਣਾ ਹੈ ਕਿ ਅਸੀਂ ਵੀ ਬਾਣੀ ਨੂੰ ਵਿਚਾਰ ਕੇ, ਪੜ੍ਹ ਕੇ ਤੇ ਉਸ ਅਨੁਸਾਰ ਆਪਣੇ ਜੀਵਨ ਨੂੰ ਚਲਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।